हाँ जी नर्सिंग स्टूडेंट्स नेक्स्ट टॉपिक इज एक्टोपिक प्रेगनेंसी नाउ व्हाट्स दैट सब तो पहला ਤਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਐਮਬ੍ਰੀਓ ਗਰੋ ਕਰਦਾ ਹੈ ਨਾ ਵਾਟਸ ਦੀ ਐਕਚੁਅਲ ਲੋਕੇਸ਼ਨ ਔਰ ਦੀ ਨਾਰਮਲ ਲੋਕੇਸ਼ਨ ਆਫ ਗਰੋਥ ਆਫ ਐਮਬ੍ਰੀਓ ਤਾਂ ਆਪਾਂ ਨੂੰ ਪਤਾ ਹੈ ਕਿ 7 to 10 ਡੇ ਤੇ ਐਮਬ੍ਰੀਓ ਆ ਕੇ ਇੰਪਲਾਂਟ ਕਰਦਾ ਹੈ ਐਂਡੋਮੀਟਰੀਅਮ ਆਫ ਦੀ ਯੂਟਰਸ ਨਾउ ਦਿਸ ਇਜ਼ ਦੀ ਐਂਡੋਮੀਟਰੀਅਮ ਆਫ ਦੀ ਯੂਟਰਸ ਸੋ ਇੱਥੇ ਅਗਰ ਗਰੋਥ ਹੋ ਰਹੀ ਹੈ ਦਿਸ ਇਜ਼ ਦੀ ਨਾਰਮਲ ਲੋਕੇਸ਼ਨ ਬਟ ਇਹ ਤੋਂ ਇਲਾਵਾ ਅਗਰ ਐਮਬ੍ਰੀਓ ਕਿਤੇ ਹੋਰ ਗਰੋ ਕਰੇ ਨਾउ ਦਿਸ ਇਜ਼ ਨੋਨ ਐਜ਼ ectopic pregnancy. So apart from the uterus, it is growing anywhere in the uterus, the other parts of the uterus or outside the uterus. This is known as ectopic pregnancy. ਤਾਂ ਨਾਰਮਲ ਜੋ ਤੁਹਾਡੇ ਪੇਸ਼ੈਂਟਸ ਤੇ ਤੁਹਾਨੂੰ ਲੋਕੇਸ਼ਨ ਦੇਖਣ ਨੂੰ ਮਿਲੇਗੀ ਨਾ ਜਿੱਥੇ ectopic pregnancy commonly ਨਜ਼ਰ ਆਉਂਦੀ ਹੈ this is the ampulla of fallopian tube. ਤਾਂ ਐਂਪੂਲਾ ਤੁਸੀਂ ਉਦੋਂ ਜ਼ਰੂਰ ਪੜ੍ਹਦੇ ਹੋਗੇ ਜਦੋਂ ਫਰਟੀਲਾਈਜੇਸ਼ਨ ਹੁੰਦੀ ਹੈ ਜਦੋਂ ਇੱਕ ਐਗ ਐਂਡ ਇੱਕ ਸਪਰਮ ਜ਼ਾਈਗੋਟ ਬਣਾਉਂਦੇ ਆ this is the location. ਬਟ ਇਸ ਲੋਕੇਸ਼ਨ ਤੇ ਅਗਰ ਐਮਬ੍ਰੀਓ ਗਰੋ ਕਰਨਾ ਹੀ ਸਟਾਰਟ ਕਰ ਦੇ this is ectopic pregnancy and this is the most common site. ਬਟ ਇਹ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਸਾਈਟਸ ਹੈਗੀਆਂ ਜਿੱਥੇ ਐਮਬ੍ਰੀਓ ਗਰੋ ਕਰ ਸਕਦਾ ਆ. Yes, it could be ovary, it could be infundibulum, it could be isthmus, it could be cervix, it could be if there is cesarean scar, this is the location. So ਇਸ location ਨੂੰ ਛੱਡ ਕੇ ਜੋ ਕਿ normal location ਸੀ ਕਿਤੇ ਵੀ ਹੋਰ ਅਗਰ ਉਹਦਾ growth ਹੋ ਰਹੀ ਹੈ even abdominal cavity ਤਾਂ this is known as ectopic pregnancy. ਤਾਂ ਅਗਰ ਇਹਦੇ ਆਪਾਂ causes ਦੇਖਨੇ ਹੋਣ ਕਿਉਂ ਹੀ ectopic pregnancy ਹੋ ਰਹੀ ਹੈ ਕਿਉਂ implantation ਨਹੀਂ ਹੋ ਰਹੀ endometrium of the uterus ਤੇ ਜਾ ਕੇ then these could be the possible reasons. So first of all, it could be because of pelvic inflammatory disease means PID ਅਗਰ ਹੋ ਜੇ ਤਾਂ ਆਪਾਂ ਨੂੰ ਪਤਾ ਹੈ ਕਿ ਇਨਫੈਕਸ਼ਨਸ ਚੱਲ ਰਹੀਆਂ ਨੇ ਇਨਫਲੇਮੇਸ਼ਨ ਹੋ ਰਹੀ ਹੈ ਤੇ ਯੂਜੂਲੀ ਜਦੋਂ ਜ਼ਾਈਗੋਟ ਬਣ ਕੇ ਮੂਵ ਕਰਦਾ ਹੈ ਬਲਾਸਟੋਸਿਸਟ ਬਣਾਉਂਦਾ ਆ ਤੇ ਉਹ ਟਰੈਵਲ ਨਹੀਂ ਕਰ ਪਾਉਂਦਾ ਉਹ ਫਿਕਸ ਹੋ ਜਾਂਦਾ ਹੈ ਆਪਣੀ ਲੋਕੇਸ਼ਨ ਤੇ Suppose there is inflammation here, the embryo growth ਇੱਥੇ start ਹੋ ਜਾਏਗੀ. This could be a possible reason. Second, intrauterine devices ਕਰਕੇ ਹੋ ਸਕਦਾ ਹੈ. Third, ਪਹਿਲਾਂ ਵੀ history ਰਹਿ ਚੁੱਕੀ ਹੈ, ectopic pregnancy ਹੋ ਚੁੱਕੀ ਹੈ. Fourth, maternal age ਅਗਰ advance ਹੋ ਰਹੀ ਹੈ, usually ਆਪਾਂ ਸਾਰੇ ਦੇ ਸਾਰੇ gynae ਵਿੱਚ ਕਹਿ ਦਿੰਦੇ ਹਾਂ more than 35 years of age. Tobacco smoking ਕਰਕੇ ਵੀ ਹੋ ਸਕਦੀ ਹੈ ਚੀਜ਼. Sign and symptoms ਸਾਨੂੰ ਕਿਸ ਤਰੀਕੇ ਨਾਲ ਨਜ਼ਰ ਆਉਣਗੇ? ਤਾਂ ਯੂਜੂਲੀ ਸਾਈਨ ਐਂਡ ਸਿੰਪਟਮਸ ਵਿੱਚ ਤੁਸੀਂ ਦੇਖੋਗੇ ਪੇਨ ਐਂਡ ਬਲੀਡਿੰਗ ਇਜ਼ ਦੀ ਵੈਰੀ ਇੰਪੋਰਟੈਂਟ ਥਿੰਗ ਟੂ ਬੀ ਨੋਟਿਸਡ ਕਿ ਆਪਾਂ ਨੂੰ ਪਤਾ ਲੱਗ ਜੇ अर्ਲੀ ਔਨ ਕਿ ectopic pregnancy ਹੋ ਰਹੀ ਹੈ ਬਿਕੋਜ਼ ਦਿਸ ਇਜ਼ ਨਾਟ ਅ ਗੁੱਡ ਥਿੰਗ ਐਟ ਆਲ ਰਪਚਰ ਹੋਣ ਤੋਂ ਪਹਿਲਾਂ ਹੀ ਅਗਰ ਆਪਾਂ ectopic pregnancy ਨੂੰ ਡਾਇਗਨੋਸ ਕਰ ਲੈਂਦੇ ਹਾਂ ਵਿਚ ਇਜ਼ ਨਾਟ ਈਜ਼ੀ ਤਾਂ ਯੂਜੂਲੀ ਆਪਾਂ ਨੂੰ ਪਤਾ ਹੀ ਉਦੋਂ ਚੱਲਦਾ ਹੈ ਜਦੋਂ ਰਪਚਰ ਹੋ ਜਾਂਦਾ ਆ ਤਾਂ ਰਪਚਰ ਹੋਣ ਤੋਂ ਪਹਿਲਾਂ ਅਗਰ ਤੁਸੀਂ ਅੰਡਰਸਟੈਂਡਿੰਗ ਰੱਖਣੀ ਹੈ ਤਾਂ ਕੀ ਸਾਈਨ ਐਂਡ ਸਿੰਪਟਮਸ ਨਜ਼ਰ ਆਉਣਗੇ ਤਾਂ ਪੇਨ ਯੂਜੂਲੀ ਪੇਸ਼ੈਂਟ ਕਹੇਗਾ ਕਿ ਮੇਰੇ ਨਾਲ ਲੋਅਰ ਪੈਲਵਿਕ ਰੀਜਨ ਤੇ ਨਾ ਪੇਨ ਹੋਈ ਜਾ ਰਹੀ ਹੈ ਤੇ ਹਰ ਵਾਰੀ ਵਧੀ ਜਾ ਰਹੀ ਹੈ ਇਹਨੂੰ ਆਪਾਂ ਕਹਿ ਦਿੰਦੇ ਹਾਂ ਗਰੋਇੰਗ ਪੇਨ ਕਿਉਂਕਿ ਐਮਬ੍ਰੀਓ ਤੇ ਗਰੋ ਕਰ ਰਿਹਾ ਹੈ ਨਾ ਜਿੱਥੇ ਵੀ ਆਪਣੀ ਐਬਨੋਰਮਲ ਲੋਕੇਸ਼ਨ ਤੇ ਗਰੋ ਕਰ ਰਿਹਾ ਇਟਸ ਐਵਰੀ ਟਾਈਮ ਗਰੋਇੰਗ ਐਂਡ ਗਰੋਇੰਗ ਤੇ ਆਲੇ ਦੁਆਲੇ ਪ੍ਰੈਸ਼ਰ ਵੀ ਵਧੀ ਜਾਏਗਾ ਟਿਸ਼ੂਸ ਤੇ ਪ੍ਰੈਸ਼ਰ ਵਧੇਗਾ ਤਾਂ ਉਸ ਕਰਕੇ ਕੀ ਹੋ ਰਿਹਾ ਆ ਪੇਨ ਵੱਧਦੀ ਜਾ ਰਹੀ ਹੈ ਸੋ ਦਿਸ ਇਜ਼ ਦੀ अर्ਲੀ ਇੰਡੀਕੇਸ਼ਨ ਸੈਕੰਡ ਬਲੀਡਿੰਗ ਨੂੰ ਲੈ ਕੇ ਉਹ ਸਪੌਟਸ ਦੇ ਵਿੱਚ ਵੀ ਨਜ਼ਰ ਆ ਸਕਦੇ ਆ ਕਿਉਂਕਿ ਜਦੋਂ ਐਮਬ੍ਰੀਓ ਗਰੋ ਕਰ ਰਿਹਾ ਉਹਦੇ ਆਲੇ ਦੁਆਲੇ ਜੋ ਬਲੱਡ ਵੈਸਲਸ ਆ ਪ੍ਰੈਸ਼ਰ ਪੈ ਕੇ ਉਹ ਰਪਚਰ ਹੋ ਸਕਦੀਆਂ ਨੇ ਤਾਂ ਅਗਰ ਹਜੇ ਮਿਨੀਮਲ ਬਲੱਡ ਵੈਸਲਸ ਰਪਚਰ ਹੋ ਰਹੀਆਂ ਨੇ ਤਾਂ ਕੱਲੀ ਸਪੌਟਿੰਗ ਨਜ਼ਰ ਆ ਸਕਦੀ ਹੈ ਅਗਰ ਬਹੁਤ ਜ਼ਿਆਦਾ ਰਪਚਰ ਹੋ ਗਿਆ ਦੈਨ ਬਲੀਡਿੰਗ ਕਰਕੇ ਪੇਸ਼ੈਂਟ ਸ਼ੌਕ 'ਚ ਵੀ ਜਾ ਸਕਦਾ ਹੈ ਹੈਮਰੇਜਿਕ ਸ਼ੌਕ ਥਰਡ ਜੋ ਕਿ ਬਹੁਤ ਇੰਪੋਰਟੈਂਟ ਚੀਜ਼ ਆ ਕਿ ਜਦੋਂ ਰਪਚਰ ਹੋ ਜਾਂਦਾ ਹੈ ਤੇ ਪੇਸ਼ੈਂਟ ਦਾ ਪੇਨ ਨੂੰ ਲੈ ਕੇ ਸਾਈਨ ਐਂਡ ਸਿੰਪਟਮ ਹੁਣ ਕੀ ਆਏਗਾ ਨਾਓ ਦਿਸ ਇਜ਼ ਸਡਨ ਸਿਵੀਅਰ ਪੇਨ ਠੀਕ ਹੈ ਐਂਡ ਸਡਨ ਸਿਵੀਅਰ ਪੇਨ ਕਿਉਂਕਿ ਰਪਚਰ ਹੋਇਆ ਸੈਕਿੰਡ ਜਿਹੜੀ ਇਹ ਸਡਨ ਸਿਵੀਅਰ ਪੇਨ ਹੈ ਇਹ ਰਿਫਰ ਵੀ ਕਰੂਗੀ ਟੂ ਦ ਸ਼ੋਲਡਰਸ ਰੀਜ਼ਨ ਬਿਹਾਈਂਡ ਦੈਟ ਇਜ਼ ਕਿ ਜਦੋਂ ਵੀ ਰਪਚਰ ਹੋਏਗਾ ਸਪੈਸ਼ਲੀ ਕਿਉਂਕਿ ਫਲੋਪੀਅਨ ਟਿਊਬ ਵਾਲੀ ਐਮਬ੍ਰੀਓ ਗਰੋਥ ਹੋ ਰਹੀ ਸੀ ਤਾਂ ਅਗਰ ਇਹ ਫਲੋਪੀਅਨ ਟਿਊਬ ਰਪਚਰ ਕਰ ਜਾਂਦੀ ਹੈ ਦੇਰ ਵਿਲ ਬੀ ਅ ਲੋਟ ਆਫ ਬਲੀਡਿੰਗ ਤੇ ਉਹ ਬਲੀਡਿੰਗ ਜਿਹੜੀ ਐਕਿਊਮੂਲੇਟ ਹੋ ਰਹੀ ਹੈ ਐਬਡੋਮੀਨਲ ਕੈਵਿਟੀ ਦੇ ਵਿੱਚ ਉਹ ਪ੍ਰੈਸ਼ਰ ਪਾਏਗੀ ਕਿੱਥੇ ਸਾਡੇ ਡਾਇਫਰਮ ਤੇ ਡਾਇਫਰਮ ਨਾਲ ਇੱਕ ਨਰਵ ਕਨੈਕਟਡ ਆ ਫਰੇਨਿਕ ਨਰਵ ਸਾਡੇ ਸ਼ੋਲਡਰਸ ਤੱਕ ਵੀ ਜਾਂਦੀ ਹੈ ਤਾਂ ਅਲਟੀਮੇਟਲੀ ectopic pregnancy ਦੇ ਵਿੱਚ ਅਗਰ ਰਪਚਰ ਹੋ ਚੁੱਕਾ ਆ then ਤੁਹਾਨੂੰ ਸਾਈਨ ਐਂਡ ਸਿੰਪਟਮਸ ਕੀ ਨਜ਼ਰ ਆਉਣਗੇ there will be bleeding that could lead to shoulder pain very important ਐਂਡ ਅਗਰ ਤੁਹਾਨੂੰ ਪਤਾ ਹੈ ਕਿ ਬਲੱਡ ਲਾਸ ਹੋ ਰਿਹਾ ਹੈ ਤਾਂ ਪੇਸ਼ੈਂਟ ਦਾ ਬੀਪੀ ਲੋ ਜਾਣਾ ਸ਼ੁਰੂ ਹੋ ਜਾਊਗਾ ਹਾਰਟ ਰੇਟ ਉਹਨੂੰ ਕੰਪਨਸੇਟ ਕਰਨ ਲਈ ਹਾਈ ਜਾਣਾ ਸ਼ੁਰੂ ਹੋ ਜਾਊਗਾ ਰੈਸਪੀਰੇਟਰੀ ਡਿਸਟ੍ਰੈਸ ਵੀ ਨਜ਼ਰ ਆ ਸਕਦਾ ਹੈ ਪੇਸ਼ੈਂਟ ਵਿੱਚ ਪੇਸ਼ੈਂਟ ਦੇ ਬ੍ਰੇਨ ਨੂੰ ਸਪਲਾਈ ਘਟ ਗਈ ਕਿਉਂਕਿ ਬਾਹਰ ਹੈਮਰੇਜ ਹੋ ਰਹੀ ਹੈ ਹਨਾ ਇਨਸਾਈਡ ਦੀ ਬਾਡੀ ਵੀ ਹੈਮਰੇਜ ਹੋ ਸਕਦੀ ਹੈ ਆਊਟਸਾਈਡ ਵੀ ਹੋ ਜਾ ਸਕਦਾ ਹੈ ਵਾਇਆ ਯੂਟਰਸ ਠੀਕ ਹੈ ਤਾਂ ਅਗਰ ਇਹ ਹੈਮਰੇਜ ਹੋ ਰਹੀ ਹੈ ਤਾਂ ਬ੍ਰੇਨ ਦੀ ਸਪਲਾਈ ਘਟੇਗੀ ਤੇ ਬ੍ਰੇਨ ਡਿਜ਼ੀ ਡਰਾਊਜ਼ੀ ਫੀਲ ਕਰੇਗਾ these are going to be the important sign and symptoms and one more thing ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਪੀਰੀਅਡਸ ਮਿਸ ਹੋਣਗੇ ectopic pregnancy yes definitely ਹੈ ਤਾਂ pregnancy ਹੈ ਤਾਂ ਅਗਰ ਤੁਸੀਂ ਦੇਖੋ ਕਿ ਐਮਬ੍ਰੀਓ ਤਾਂ ਗਰੋ ਕਰ ਰਿਹਾ ਹੈ ਨਾ ਤੇ ਐਮਬ੍ਰੀਓ ਗਰੋ ਕਰ ਰਿਹਾ it means there will be no periods ਠੀਕ ਹੈ ਤਾਂ periods ਮਿਸ ਹੋਣਗੇ ਇਹਦੇ ਵਿੱਚ
ਐਂਡ ਟ੍ਰੀਟਮੈਂਟ ਕਿਸ ਤਰੀਕੇ ਨਾਲ ਕਰੋਗੇ ਤਾਂ ਯੂਜੂਅਲੀ ਆਪਾਂ ਨਾ ਇੱਕ ਡਰਗ ਯੂਜ਼ ਕਰਦੇ ਹਾਂ ਕਿਉਂਕਿ ਆਪਾਂ ਐਮਬ੍ਰੀਓ ਦੀ ਗਰੋਥ ਨੂੰ ਰੋਕਣਾ ਹੈ ਕਿਉਂਕਿ ਉਹ ਗਲਤ ਜਗ੍ਹਾ ਗਰੋ ਕਰ ਰਿਹਾ ਹੈ that is not the normal place ਤਾਂ ਅਗਰ ਉਹ ਗਲਤ ਜਗ੍ਹਾ ਗਰੋ ਕਰ ਰਿਹਾ ਤੁਸੀਂ ਉਹਨੂੰ ਗਰੋਥ ਨੂੰ ਰੋਕੋਗੇ ਤੁਸੀਂ ਉਹਦੀ ਗਰੋਥ ਨੂੰ ਕਿੱਦਾਂ ਰੋਕੋਗੇ ਸੈਲ ਡਿਵੀਜ਼ਨ ਨੂੰ ਰੋਕ ਕੇ ਸੈਲ ਡਿਵੀਜ਼ਨ ਨੂੰ ਰੋਕਣ ਵਾਲੀ ਸਾਡੇ ਕੋਲ ਡਰਗ ਹੈਗੀ ਹੈ ਆਮ ਗੋਇੰਗ ਟੂ ਰਾਈਟ ਇਟ ਹੇਅਰ ਮੀਥੋਟ੍ਰੈਕਸੇਟ ਤਾਂ ਇਹ ਜਿਹੜੀ ਮੀਥੋਟ੍ਰੈਕਸੇਟ ਹੈ ਇਹਨੇ ਕੀ ਕਰਨਾ ਹੈ ਇਹਨੇ ਫੋਲਿਕ ਐਸਿਡ ਸਿੰਥੇਸਿਸ ਨਹੀਂ ਹੋਣ ਦੇਣੀ ਤੇ ਅਗਰ ਤੁਹਾਨੂੰ ਪਤਾ ਹੈ ਕਿ ਫੋਲਿਕ ਐਸਿਡ ਜੋ ਕਿ ਮੈਂ ਆਪਣੇ ਸਾਰੇ ਸਟੂਡੈਂਟਸ ਨੂੰ ਦੱਸ ਕੇ ਰੱਖਦੀ ਹਾਂ ਜਦੋਂ ਵੀ ਸੈਲ ਡਿਵਾਈਡ ਕਰਦਾ ਹੈ ਨਾ ਤੇ ਸੈਲ ਨੀਡਸ ਦੀ ਫੋਲਿਕ ਐਸਿਡ फॉर डिवीजन अगर उन्हें फॉलिक एसिड नहीं मिलेगा सेल डिवाइड नहीं करेगा तो नवे सैल्स नहीं बननगे तो इदा ही मीथोट्रैक्सेट ने की करना है सैल ग्रोथ ਨੂੰ रोक देना मतलब एम्ब्रियो की ग्रोथ रुक जाएगी फिर ਤੁਸੀਂ मीथोट्रैक्सेट देने तो बाद ਤੁਸੀਂ पेशेंट ਦੀ सर्जरी करके जो एम्ब्रियो ਉੱਥੇ ਸੀਗਾ ਉਹਨੂੰ ਰਿਮੂਵ ਕਰ ਸਕਦੇ ਹੋ ਕਿਉਂਕਿ ਅਗਰ ਉਹਨੂੰ ਤੁਸੀਂ ਉੱਥੇ ਉਦਾਂ ਹੀ ਰਹਿਣ ਦੋਗੇ ਇਟ ਬਿਕਮਸ ਅ ਸੋਰਸ ਆਫ ਇਨਫੈਕਸ਼ਨ ਤਾਂ ਤੁਹਾਨੂੰ ਪਤਾ ਹੈ ਕਿ DIC could be a complication that is disseminated intravascular coagulopathy ਕਿਉਂਕਿ ਉਹ ਜਿਹੜਾ ਐਮਬ੍ਰੀਓ ਉੱਥੇ ਅੰਦਰ ਰਹਿ ਗਿਆ ਉਹ ਸੋਰਸ ਆਫ ਇਨਫੈਕਸ਼ਨ ਬਣ ਗਿਆ ਮੀਨਸ ਉਹਨੇ ਸੈਪਸਿਸ ਕਾਜ਼ ਕਰ ਦੇਣੀ ਹੈ ਫਿਰ DIC ਕਾਜ਼ ਹੋ ਜਾਏਗੀ ਤਾਂ ਸਰਜਰੀ ਕਿੱਦਾਂ ਕਰੋਗੇ ਲੈਪਰੋਟਮੀ ਪੇਟ ਨੂੰ ਯੂਟਰਸ ਨੂੰ ਓਪਨ ਕਰਕੇ ਦੈਨ ਤੁਸੀਂ ਉਹਦੇ ਵਿੱਚੋਂ ਜਿਹੜਾ ਡੈਡ ਫੀਟਸ ਹੈਗਾ ਉਹਨੂੰ ਤੁਸੀਂ ਰਿਮੂਵ ਕਰ ਦਿਓ ਤਾਂ ਇਸ ਪੇਸ਼ੈਂਟ ਨੂੰ ਤੁਸੀਂ RH ਇਮਿਊਨੋਗਲੋਬੁਲਿਨ ਦਿਓਗੇ ਯੈਸ ਆਫ ਕੋਰਸ ਸਪੈਸ਼ਲੀ ਇਫ ਦ ਕਲਾਇੰਟ ਇਜ਼ RH ਨੈਗੇਟਿਵ ਤੇ ਉਹਦਾ ਫੀਟਸ ਕੀ ਸੀ RH ਪੋਜ਼ਿਟਿਵ ਤਾਂ ਡੂ ਗਿਵ ਇਟ ਕਿਉਂਕਿ ਨੈਕਸਟ ਪ੍ਰੈਗਨੈਂਸੀ ਵਿੱਚ ਵੀ ਉਹਨੂੰ ਬੱਚਾ ਚਾਹੀਦਾ ਹੈ